ਲੜੀਵਾਰ ਕਥਾ ਰਾਗ ਗੌਂਡ ਵਿੱਚ ਧੰਨ ਗੁਰੂ ਅਰਜਨ ਦੇਵ ਸਾਹਿਬ ਦੇ ਪਾਵਨ ਬਚਨ ਆਪ ਜੀ ਸਰਵਣ ਕਰ ਰਹੇ ਹੋ। 864 ਅੰਗ ਤੇ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਪਾਵਨ ਬਚਨ ਉਚਾਰਦੇ ਨੇ। ਗੁਰੂ ਮਹਿਮਾ ਕਰ ਰਹੇ ਹਨ, ਗੁਰੂ ਉਪਮਾ ਕਰ ਰਹੇ ਹਨ। ਸਰਵਣ ਕਰਨ ਤੋਂ ਪਹਿਲਾਂ ਆਖੀਏ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਗੌਂਡ ਮਹੱਲਾ ਪੰਜਵਾ। ਗੁਰੂ ਗੁਰੂ ਗੁਰ ਕਰ ਮਨ ਮੋਰ। ਰਾਗ ਗੌਂਡ ਹੈ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਇਹ ਪਾਵਨ ਅੰਮ੍ਰਿਤ ਬਚਨ ਉਚਾਰਨ ਕਰ ਰਹੇ ਨੇ। ਗੁਰੂ ਗੁਰੂ ਗੁਰ ਕਰ ਮਨ ਮੋਰ। ਹੇ ਮੇਰਿਆ ਮਨਾ ਗੁਰੂ ਗੁਰੂ ਕਰ। ਗੁਰੂ ਗੁਰੂ ਜਪ, ਗੁਰੂ ਗੁਰ ਧਿਆ, ਗੁਰੂ ਗੁਰ ਆਰਾਧ। ਕਿਉਂਕਿ ਗੁਰੂ ਤੋਂ ਬਿਨਾਂ ਗਤ ਨਹੀਂ ਹੋਣੀ, ਗੁਰੂ ਤੋਂ ਬਿਨਾਂ ਕਲਿਆਣ ਨਹੀਂ ਹੋਣੀ, ਗੁਰੂ ਤੋਂ ਬਿਨਾਂ ਮੁਕਤੀ ਨਹੀਂ ਹੋਣੀ। ਹੇ ਮੇਰਿਆ ਮਨਾ ਤੂੰ ਮਨ ਕਰਕੇ ਵੀ ਕਹਿ ਗੁਰੂ, ਬਚਨ ਕਰਕੇ ਵੀ ਕਹਿ ਗੁਰੂ, ਤੇ ਕਰਮ ਕਰਕੇ ਵੀ ਕਹਿ ਗੁਰੂ। ਮਨ ਬਚ ਕਰਮ ਤਿੰਨ ਵੇਰੀ ਆਇਆ ਨਾ। ਗੁਰੂ ਗੁਰੂ ਗੁਰ ਕਰ ਮਨ ਮੋਰ। ਮਨ ਕਰਕੇ, ਬਚਨ ਕਰਕੇ, ਕਰਮ ਕਰਕੇ ਗੁਰੂ ਗੁਰੂ ਕਰ ਮੇਰਿਆ ਮਨਾ। ਗੁਰੂ ਨੂੰ ਧਿਆ, ਗੁਰੂ ਨੂੰ ਆਰਾਧ। ਗੁਰੂ ਬਿਨਾ ਮੈਂ ਨਾਹੀ ਹੋਰ। ਮੇਰੇ ਗੁਰੂ ਬਿਨਾ ਮੇਰਾ ਕੋਈ ਹੋਰ ਹੈ ਹੀ ਨਹੀਂ। ਮੇਰੇ ਗੁਰੂ ਬਿਨਾ ਕੋਈ ਹੋਰ ਨਹੀਂ ਮੇਰਾ। ਕਿਸ ਹੀ ਕੋਈ ਕੋਏ ਮੰਝ ਨਿਮਾਣੀ। ਇਕ ਤੂੰ ਕਿਉਂ ਨਾ ਮਰੀਜੈ ਰੋਏ। ਜਾਂ ਲਗ ਚਿਤ ਨ ਆਵਹੀ। ਕਿਸ ਹੀ ਕੋਈ ਕੋਏ, ਕਿਸੇ ਦਾ ਕੋਈ ਆਸਰਾ, ਕਿਸੇ ਦਾ ਕੋਈ ਮੇਰਾ ਮੇਰੇ ਗੁਰੂ ਬਿਨਾ ਕੋਈ ਨਹੀਂ। ਸਗਲ ਦੁਆਰ ਕੋ ਛਾੜ ਕੇ ਗਇਓ ਤੁਹਾਰੋ ਦੁਆਰ। ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਮਹਾਰਾਜ ਜੀ ਤੁਹਾਡੇ ਬਿਨਾ ਸਾਡਾ ਕੋਈ ਨਹੀਂ। ਗੁਰੂ ਬਿਨਾ ਮੈਂ ਨਾਹੀ ਹੋਰ। ਗੁਰੂ ਗੁਰੂ ਗੁਰ ਕਰ ਮਨ ਮੋਰ। 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 ਗੁਰੂ ਬਿਨਾ ਮੈਂ ਨਾਹੀ ਹੋਰ। 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 ਗੁਰੂ ਪਾਤਸ਼ਾਹ ਐਸੇ ਦਿਆਲੂ ਹਨ ਕਿ ਸਤਿਗੁਰੂ ਜੀ ਸਾਡੀ ਜੀਵਨ ਯਾਤਰਾ ਨੂੰ ਰੋਕਦੇ ਨਹੀਂ। ਜਿਸ ਪਾਸੇ ਚੱਲ ਰਹੀ ਹੈ ਉਹਨੂੰ ਅੱਗੇ ਦਿਸ਼ਾ ਸਹੀ ਦੇ ਦਿੰਦੇ ਨੇ। ਗੁਰੂ ਦਾ ਕਰਮ ਹੀ ਹੈ ਕਿ ਦਿਸ਼ਾ ਬਦਲ ਦੇਵੇ, ਮਾਰਗ ਬਦਲ ਦੇਵੇ। ਜੇ ਗਲਤ ਰਸਤੇ ਤੇ ਜਾ ਰਿਹਾ ਉਸ ਰਸਤੇ ਨੂੰ ਤਬਦੀਲ ਕਰਕੇ ਸਹੀ ਰਸਤੇ ਤੇ ਤੋਰ ਦੇਵੇ, ਉਹਨੂੰ ਗੁਰੂ ਕਹਿੰਦੇ ਆ। ਇੱਕ ਤਾਂ ਮੋੜ ਕੇ ਲੈ ਆਵੇ, ਫਿਰ ਪਿੱਛੇ ਜਿੱਥੋਂ ਚੱਲਿਆ ਸੀ ਫਿਰ ਉੱਥੋਂ ਸ਼ੁਰੂ ਕਰੇ। ਉਹ ਪੂਰਾ ਗੁਰੂ ਨਹੀਂ ਹੁੰਦਾ। ਪੂਰਾ ਗੁਰੂ ਉਹ ਹੁੰਦਾ ਵੀ ਚੱਲ ਪਿਆ, ਟੁਰ ਪਿਆ। ਜੇ ਕਿਤੇ ਕੁਝ ਗਲਤ ਥਾਂ ਤੇ ਗਲਤ ਰਸਤੇ ਤੇ ਜਾ ਰਿਹਾ, ਉੱਥੋਂ ਹੀ ਰਸਤਾ ਘੁਮਾ ਕੇ ਸਹੀ ਰਸਤੇ ਤੇ ਲੈ ਟੁਰੇ, ਪਿੱਛੇ ਨਾ ਲਿਆਵੇ ਮੋੜ ਕੇ, ਉੱਥੋਂ ਸਹੀ ਦਿਸ਼ਾ 'ਚ। ਗੁਰੂ ਐਸਾ ਦਿਆਲੂ ਹੈ, ਗੁਰੂ ਐਸਾ ਕਰਨਾਲੂ ਹੈ। ਜੇ ਕੌਡੇ ਨੇ ਸਾਰੀ ਜ਼ਿੰਦਗੀ ਬੜੇ ਗੁਨਾਹ ਕੀਤੇ, ਬੜੇ ਕਤਲ ਕੀਤੇ, ਤੇ ਪਾਤਸ਼ਾਹ ਉਹਨੂੰ ਪਿੱਛੇ ਨਹੀਂ ਲੈ ਕੇ ਗਏ,
ਬੜੀ ਦੂਰ ਤੱਕ ਗਲਤ ਰਸਤੇ ਤੇ ਆ ਗਿਆ ਸੀ, ਉੱਥੇ ਉਹਦਾ ਰਸਤਾ ਚੇਂਜ ਕਰਕੇ, ਤਬਦੀਲ ਕਰਕੇ ਉਹਨੂੰ ਦੇਵਤਾ ਬਣਾ ਦਿੱਤਾ, ਰਾਖਸ਼ ਤੋਂ ਦੇਵਤਾ ਬਣਾ ਦਿੱਤਾ। ਆ ਮੈਪ ਵਰਤਦੇ ਆ ਨਾ ਅਸੀਂ ਮੋਬਾਈਲ ਤੇ, ਤੁਰੇ ਜਾਂਦੇ ਆ, ਇੱਕਦਮ ਜੇ ਕੋਈ ਰਸਤਾ ਭਟਕ ਜਾਈਏ, ਉਹ ਅੱਗੋਂ ਜਾ ਕੇ ਦੂਸਰਾ ਰਸਤਾ ਵਿਖਾਉਣ ਲੱਗ ਪੈਂਦਾ ਵੀ ਇਸ ਪਾਸਿਓਂ ਹੋ ਚੱਲੋ। ਗੁਰੂ ਐਸਾ ਸੈਟੇਲਾਈਟ ਹੈ ਕਿ ਜੇ ਵੇਖਦਾ ਵੀ ਹੁਣੇ ਭਟਕਣ ਲੱਗਾ, ਉੱਥੋਂ ਹੀ ਦੂਸਰਾ ਰਸਤਾ, ਚੱਲ ਇਸ ਪਾਸੇ ਟੁਰ ਪੈ। ਗੁਰੂ ਦਾ ਕੰਮ ਹੈ ਗਮਤਾ ਕਰਾਉਣੀ, ਪਹੁੰਚ ਕਰਾਉਣੀ ਉਸ ਸਵਰੂਪ ਤੱਕ ਜਿਸ ਸਵਰੂਪ ਤੋਂ ਇਹ ਜਨਮਾਂ ਜਨਮਾਂ ਤੋਂ ਖੁੰਝਿਆ ਹੋਇਆ, ਜਨਮਾਂ ਜਨਮਾਂ ਤੋਂ। ਜਿਹੜਾ ਸਵਰੂਪ ਇਹਨੂੰ ਜਨਮਾਂ ਜਨਮਾਂ ਤੋਂ ਭੁੱਲਿਆ ਹੋਇਆ, ਗੁਰੂ ਦਾ ਕਰਮ ਹੈ ਉਸ ਭੁੱਲੇ ਹੋਏ ਸਵਰੂਪ ਨੂੰ ਚੇਤੇ ਕਰਾਉਣਾ। ਇਸ ਕਰਕੇ ਕਹਿੰਦੇ ਮਨਾ ਗੁਰੂ ਗੁਰੂ ਕਰ, ਮੇਰੇ ਗੁਰੂ ਬਿਨਾ ਮੇਰਾ ਹੋਰ ਕੋਈ ਨਹੀਂ। ਗੁਰ ਕੀ ਟੇਕ ਰਹਾ ਦਿਨ ਰਾਤ, ਦਿਨ ਰਾਤ ਮੈਂ ਗੁਰੂ ਦੀ ਟੇਕ 'ਚ ਰਹਿੰਦਾ। ਗੁਰ ਕੀ ਟੇਕ ਰਹੋ ਦਿਨ ਰਾਤ। ਹੇ ਭਾਈ, ਗੁਰੂ ਦੀ ਟੇਕ ਲੈ ਕੇ ਰਾਤ ਦਿਨ ਗੁਰੂ ਦੀ ਟੇਕ 'ਚ ਵਿਚਰੋ, ਗੁਰੂ ਦੇ ਆਸਰੇ 'ਚ। ਗੁਰੂ ਦੀ ਟੇਕ, ਗੁਰੂ ਦਾ ਆਸਰਾ। ਹਾਂਜੀ। ਜਾ ਕੀ ਕੋਈ ਨਾ ਮੇਟੈ ਦਾਤ। ਦੁਨੀਆ ਵਿੱਚ ਕੋਈ ਬੰਦਾ ਤੁਹਾਨੂੰ ਕੋਈ ਵਸਤੂ ਦਿੰਦਾ ਹੈ, ਲਾਗੇ ਕੋਈ ਦੂਜਾ ਖੋ ਸਕਦਾ ਹੈ। ਉਸ ਵਸਤੂ ਦਾ ਉਹ ਨੁਕਸਾਨ ਕਰ ਸਕਦਾ, ਉਹਨੂੰ ਖਤਮ ਕਰ ਸਕਦਾ, ਤੋੜ ਭੰਨ ਕਰ ਸਕਦਾ। ਪਰ ਮੇਰੇ ਗੁਰੂ ਨੇ ਜਿਹੜੀ ਦਾਤ ਦੇਣੀ ਹੈ ਨਾ ਆਪਣੇ ਸੇਵਕ ਨੂੰ, ਉਸ ਦਾਤ ਨੂੰ ਦੁਨੀਆ ਵਿੱਚ ਕੋਈ ਐਸਾ ਸਮਰੱਥ ਨਹੀਂ ਜਿਹੜਾ ਕੋਈ ਮੇਟ ਸਕੇ। ਜੇ ਦੇਣੀ ਹੈ ਤਾਂ ਉਹ ਦਾਤ ਗੁਰੂ ਨੇ ਦੇ ਹੀ ਦੇਣੀ ਹੈ, ਉਹਨੂੰ ਕੋਈ ਮੇਟ ਨਹੀਂ ਸਕਦਾ। ਲੱਖਾਂ ਲੋਕ ਖਲੋ ਜਾਣ ਵੀ ਆਹ ਬੰਦੇ ਨੂੰ ਅਸੀਂ ਆਹ ਚੀਜ਼ ਪਦਵੀ ਤੇ ਨਹੀਂ ਪਹੁੰਚਣ ਦੇਣਾ, ਇਹ ਪਦਵੀ ਜਾਂ ਇਹ ਦਾਤ ਇਹਨੂੰ ਅਸੀਂ ਨਹੀਂ ਮਿਲਣ ਦੇਣੀ। ਲੱਖਾਂ ਲੋਕ ਦੁਸ਼ਮਣੀ ਵਿੱਚ ਖਲੋ ਜਾਣ। ਜਿਸ ਨੂੰ ਗੁਰੂ ਨੇ ਉਹ ਦਾਤ ਦੇਣੀ ਹੈ, ਦੁਨੀਆ ਦਾ ਕੋਈ ਵਿਅਕਤੀ ਉਹਨੂੰ ਮੇਟ ਨਹੀਂ ਸਕਦਾ। ਤੋ ਇੱਥੇ ਪਾਤਸ਼ਾਹ ਕਹਿ ਰਹੇ ਨੇ, ਜਾ ਕੀ ਕੋਏ ਨਾ ਮੇਟੈ ਦਾਤ। ਜਿਸ ਦੀ ਦਿੱਤੀ ਹੋਈ ਦਾਤ ਨੂੰ ਕੋਈ ਨਹੀਂ ਮਿਟਾ ਸਕਦਾ। ਜਿਸ ਦੀ ਦਿੱਤੀ ਹੋਈ ਦਾਤ ਦਿਨ ਦਿਨ ਸਵਾਈ ਹੋ ਕੇ ਹੋਰ ਚੜ੍ਹਦੀ ਹੈ। ਤੋ ਅਕਾਲ ਪੁਰਖ ਪਰਮੇਸ਼ਰ ਦੀ ਦਿੱਤੀ ਹੋਈ ਦਾਤ, ਗੁਰੂ ਦੀ ਦਿੱਤੀ ਹੋਈ ਦਾਤ ਨੂੰ ਕੋਈ ਨਹੀਂ ਮੇਟ ਸਕਦਾ। ਗੁਰ ਪਰਮੇਸ਼ਰ ਏਕੋ ਜਾਣ। ਮਹਾਰਾਜ ਜੀ ਕਹਿੰਦੇ ਮੈਂ ਗੁਰੂ ਤੇ ਪਰਮੇਸ਼ਰ ਨੂੰ ਇੱਕੋ ਕਰਕੇ ਜਾਣਦਾ ਹਾਂ। ਹੇ ਭਾਈ, ਗੁਰੂ ਤੇ ਪਰਮੇਸ਼ਰ 'ਚ ਕਦੇ ਭੇਦ ਸਮਝਣਾ ਹੀ ਨਹੀਂ। ਗੁਰੂ ਤੇ ਪਰਮੇਸ਼ਰ ਨੂੰ ਇੱਕੋ ਕਰਕੇ ਜਾਣੋ। ਅੱਜ ਕੱਲ ਪਾਉਂਦੇ ਆ ਫਰਕ, ਕਹਿੰਦੇ ਜੀ ਗੁਰੂ ਗੁਰੂ ਹੈ, ਪਰਮੇਸ਼ਰ ਪਰਮੇਸ਼ਰ ਹੈ। ਗੁਰੂ ਤਾਂ ਕਹਿੰਦਾ ਸਾਰਿਆਂ ਵਿੱਚ ਪ੍ਰਮਾਤਮਾ, ਗੁਰੂ ਤਾਂ ਇਹ ਕਹਿੰਦਾ ਨਾ ਸਾਰਿਆਂ 'ਚ ਪਰਮੇਸ਼ਰ ਹੈ, ਤੇ ਜਿਹਨੂੰ ਸਾਰਿਆਂ 'ਚ ਪਰਮੇਸ਼ਰ ਦਿਸਦਾ ਉਹਨੂੰ ਆਪਣੇ ਗੁਰੂ 'ਚ ਪਰਮੇਸ਼ਰ ਨਹੀਂ ਦਿਸੇਗਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਜਿਹਨੂੰ ਸਾਰਿਆਂ 'ਚ ਪਰਮੇਸ਼ਰ ਦਿਸੇ, ਗੁਰੂ ਕਹਿੰਦਾ ਸਭ 'ਚ ਪਰਮੇਸ਼ਰ ਹੈ, ਤੇ ਜਿਹਨੂੰ ਸਾਰਿਆਂ 'ਚ ਪਰਮੇਸ਼ਰ ਦਿਸੇ, ਉਹ ਜਦੋਂ ਗੁਰੂ ਨਾਨਕ ਸਾਹਿਬ ਨੂੰ ਵੇਖੇਗਾ ਜਾਂ ਗੁਰੂ ਗ੍ਰੰਥ ਸਾਹਿਬ ਨੂੰ ਵੇਖੇਗਾ ਤੇ ਸਤਿਗੁਰਾਂ ਵਿੱਚ ਪਰਮੇਸ਼ਰ ਨਹੀਂ ਦਿਸੇਗਾ ਉਹਨੂੰ। ਇਸ ਕਰਕੇ ਭਾਈ, ਗੁਰੂ ਤੇ ਪਰਮੇਸ਼ਰ ਦੋਵੇਂ ਇੱਕ ਰੂਪ ਹੀ ਨੇ, ਕੋਈ ਭੇਦ ਨਹੀਂ, ਕੋਈ ਫਰਕ ਨਹੀਂ। ਗੁਰ ਪਰਮੇਸ਼ਰ ਏਕੋ ਜਾਣ। ਗੁਰੂ ਤੇ ਪਰਮੇਸ਼ਰ ਨੂੰ ਇੱਕੋ ਕਰਕੇ ਜਾਣੋ। ਵੇਖੋ ਜੋ ਤਿਸ ਭਾਵੈ ਸੋ ਪਰਵਾਣ। ਜੋ ਤਿਸ ਪ੍ਰਮਾਤਮਾ ਨੂੰ ਭਾਉਂਦਾ ਹੈ ਉਹੀ ਪ੍ਰਵਾਨ ਹੈ। ਜੋ ਉਹਨੂੰ ਭਾਵੇ ਉਹ ਪ੍ਰਵਾਨ, ਜਿਹੜਾ ਉਹਨੂੰ ਨਾ ਭਾਵੇ ਉਹ ਨਹੀਂ ਪ੍ਰਵਾਨ। ਜਿਹੜਾ ਉਹਨੂੰ ਭਾਵੇ ਉਹੀ ਪ੍ਰਵਾਨ ਹੈ। ਰਹਾਉ ਗੁਰ ਚਰਣੀ ਜਾ ਕਾ ਮਨ ਲਾਗੈ। ਜਿਹਦਾ ਮਨ ਗੁਰੂ ਦੇ ਚਰਨਾਂ ਨਾਲ ਲੱਗਾ ਹੋਇਆ, ਜਿਸ ਦਾ ਮਨ
ਗੁਰੂ ਦੇ ਚਰਨਾਂ ਨਾਲ ਲੱਗ ਗਿਆ ਹੈ। ਦੁਖ ਦਰਦ ਭ੍ਰਮ ਤਾਕਾ ਭਾਗੈ। ਪਾਤਸ਼ਾਹ ਕਹਿੰਦੇ ਉਹਦੇ ਸਾਰੇ ਦੁੱਖ, ਉਹਦੇ ਸਾਰੇ ਦਰਦ, ਉਹਦੇ ਸਾਰੇ ਭਰਮ ਭੱਜ ਜਾਂਦੇ ਹਨ ਜਿਹਦਾ ਮਨ ਗੁਰੂ ਦੇ ਚਰਨਾਂ ਨਾਲ ਲੱਗ ਗਿਆ। ਦੁੱਖ ਦਰਦ ਭ੍ਰਮ ਤਾਕਾ ਭਾਗੈ। ਉਹਦੇ ਦੁੱਖ ਦਲਿੱਦਰ ਭਰਮ ਸਭ ਭੱਜ ਗਏ, ਨੱਠ ਗਏ ਜਿਨ੍ਹਾਂ ਦਾ ਮਨ ਗੁਰੂ ਪਾਤਸ਼ਾਹ ਦੇ ਚਰਨਾਂ ਨਾਲ ਲੱਗ ਗਿਆ। ਗੁਰ ਕੀ ਸੇਵਾ ਪਾਏ ਮਾਨ। ਰੱਬ ਦੇ ਪਿਆਰੇ ਗੁਰੂ ਦੀ ਸੇਵਾ ਕਰਕੇ ਮਾਣ ਪ੍ਰਾਪਤ ਕਰਦੇ ਹਨ। ਗੁਰੂ ਨਾਨਕ ਸਾਹਿਬ ਦੇ ਘਰ ਦੇ ਵਿੱਚ ਜਿਹੜੇ ਗੁਰੂ ਕੀ ਸੇਵਾ ਕਰਦੇ ਨੇ, ਮਾਣ ਉਹਨਾਂ ਨੂੰ ਪ੍ਰਾਪਤ ਹੁੰਦਾ ਹੈ ਜਿਹੜੇ ਸੇਵਾ ਕਰਦੇ ਨੇ। ਜਿਹੜੇ ਦਾਵਾ ਕਰਨ ਉਹ ਨਹੀਂ ਮਾਣ ਪਾਉਂਦੇ ਇੱਥੇ, ਜਿਹੜੇ ਸੇਵਾ ਕਰਦੇ ਆ ਉਹਨਾਂ ਨੂੰ ਗੁਰੂ ਸਾਹਿਬ ਜੀ ਮਾਣ ਬਖਸ਼ਦੇ ਨੇ। ਜਿਨ੍ਹਾਂ ਵੀ ਸੇਵਾ ਕੀਤੀ, ਭਾਈ ਲਹਿਣੇ ਨੇ ਸੇਵਾ ਕੀਤੀ, ਗੁਰੂ ਨਾਨਕ ਸਾਹਿਬ ਦੀ ਪਦਵੀ ਉਹਨਾਂ ਨੂੰ ਪ੍ਰਾਪਤ ਹੋ ਗਈ, ਗੁਰੂ ਅੰਗਦ ਦੇਵ ਹੋ ਗਏ। ਤੋ ਸਾਹਿਬ ਜੀ ਦੇ ਘਰ ਦੇ ਵਿੱਚ ਪਾਤਸ਼ਾਹ ਕਹਿੰਦੇ ਜਿਹੜੇ ਗੁਰੂ ਦੀ ਸੇਵਾ ਕਰਦੇ ਨੇ ਸੇਵਕ ਬਣ ਕੇ, ਉਹਨਾਂ ਨੂੰ ਮਾਣ ਪ੍ਰਾਪਤ ਹੁੰਦਾ ਹੈ। ਗੁਰ ਉਪਰ ਸਦਾ ਕੁਰਬਾਨ। ਮੈਂ ਆਪਣੇ ਗੁਰੂ ਤੋਂ ਸਦਾ ਕੁਰਬਾਨ ਜਾਵਾਂ, ਆਪਣੇ ਗੁਰੂ ਤੋਂ ਸਦਾ ਹੀ ਬਲਿਹਾਰ ਜਾਵਾਂ, ਆਪਣੇ ਗੁਰੂ ਤੋਂ ਆਪਣਾ ਆਪਾ ਕੁਰਬਾਨ ਕਰ ਦੇਵਾ। ਗੁਰ ਕਾ ਦਰਸ਼ਨ ਦੇਖ ਨਿਹਾਲ। ਪੰਜਵੇਂ ਪਾਤਸ਼ਾਹ ਕਹਿੰਦੇ ਮੈਂ ਆਪਣੇ ਗੁਰੂ ਦੇ ਦਰਸ਼ਨ ਕਰਕੇ ਨਿਹਾਲ ਹੋ ਜਾਂਦਾ ਹਾਂ। ਨਿਹਾਲ ਗੁਰ ਕਾ ਦਰਸ਼ਨ ਦੇਖ ਨਿਹਾਲ। ਗੁਰੂ ਦੇ ਦਰਸ਼ਨ ਦੇਖ ਕੇ ਮੈਂ ਨਿਹਾਲ ਹੋ ਗਿਆ। ਨਿਹਾਲ ਪਦਵੀ ਨੂੰ ਪ੍ਰਾਪਤ ਹੋ ਗਿਆ ਜਦੋਂ ਗੁਰੂ ਦੇ ਦਰਸ਼ਨ ਕੀਤੇ। ਦਰਸ਼ਨ ਦੇਖ ਜੀਵਾ ਗੁਰ ਤੇਰਾ, ਦਰਸ਼ਨ ਦੇਖ ਜੀਵਾ ਗੁਰ ਤੇਰਾ, ਦਰਸ਼ਨ ਦੇਖ ਜੀਵਾ ਗੁਰ ਤੇਰਾ, ਦਰਸ਼ਨ ਦੇਖ ਜੀਵਾ ਗੁਰ ਤੇਰਾ। ਦਰਸ਼ਨ ਦੇਖ ਜੀਵਾ ਗੁਰ ਤੇਰਾ, ਦਰਸ਼ਨ ਦੇਖ ਜੀਵਾ ਗੁਰ ਤੇਰਾ, ਦਰਸ਼ਨ ਦੇਖ ਜੀਵਾ ਗੁਰ ਤੇਰਾ, ਦਰਸ਼ਨ ਦੇਖ ਜੀਵਾ ਗੁਰ ਤੇਰਾ। ਸਤਿਗੁਰੂ ਜੀ ਦੇ ਦਰਸ਼ਨ ਕਰਕੇ ਮੈਂ ਨਿਹਾਲ ਹੋ ਗਿਆ, ਤਨ ਮਨ ਹੋਏ ਨਿਹਾਲ। ਜਾ ਗੁਰ ਦੇਖਾਂ ਸਾਹਮਣੇ। ਜਦੋਂ ਸਤਿਗੁਰਾਂ ਦੇ ਦਰਸ਼ਨ ਕੀਤੇ ਤਾਂ ਮੈਂ ਨਿਹਾਲ ਪਦਵੀ ਨੂੰ ਪ੍ਰਾਪਤ ਹੋਇਆ। ਗੁਰ ਕੇ ਸੇਵਕ ਕੀ ਪੂਰਨ ਕਾਲ। ਇਹ ਭਾਈ ਗੁਰੂ ਦੇ ਸੇਵਕ ਦੀ ਘਾਲਣਾ ਪੂਰਨ ਹੋ ਜਾਂਦੀ ਹੈ। ਜਿਹੜਾ ਗੁਰੂ ਦਾ ਸੇਵਕ ਹੈ ਉਹਦੀ ਘਾਲਣਾ ਥਾਂ ਪੈ ਜਾਂਦੀ ਹੈ। ਨਗੋਰੇ ਦੀ ਘਾਲਣਾ ਥਾਂ ਨਹੀਂ ਪੈਂਦੀ ਭਾਈ, ਜਿੰਨੀ ਮਰਜ਼ੀ ਘਾਲਣਾ ਘਾਲੇ। ਜਿਹੜਾ ਗੁਰੂ ਵਾਲਾ ਹੈ ਉਹਦੀ ਘਾਲਣਾ ਥਾਂ ਪੈ ਜਾਂਦੀ ਹੈ, ਟਿਕਾਣੇ ਪੈ ਜਾਂਦੀ ਹੈ, ਕਿਤੇ ਨਾ ਕਿਤੇ ਟਿਕਾਣੇ ਲੱਗ ਜਾਂਦਾ ਉਹ ਜਿਹੜਾ ਗੁਰੂ ਵਾਲਾ ਹੈ। ਤੋ ਸਤਿਗੁਰਾਂ ਦੀ ਘਾਲੀ ਹੋਈ ਘਾਲਣਾ, ਗੁਰੂ ਘਰ ਦੀ ਕੀਤੀ ਹੋਈ ਸੇਵਾ, ਮਹਾਰਾਜ ਜੀ ਕਹਿੰਦੇ ਉਹ ਗੁਰੂ ਦਰ ਤੇ ਪ੍ਰਵਾਨ ਹੋ ਜਾਂਦੀ ਹੈ। ਗੁਰ ਕੇ ਸੇਵਕ ਕਉ ਦੁਖ ਨਾ ਵਿਆਪੈ। ਜਿਹੜਾ ਗੁਰੂ ਕਾ ਸੇਵਕ ਹੈ ਉਹਨੂੰ ਕਦੇ ਕੋਈ ਦੁੱਖ ਨਹੀਂ ਵਿਆਪਦਾ। ਗੁਰੂ ਕੇ ਸੇਵਕ ਨੂੰ ਕਦੇ ਕੋਈ ਦੁੱਖ ਨਹੀਂ ਵਿਆਪਦਾ। ਜੇ ਦੁੱਖ ਆਵੇ ਵੀ ਤੇ ਉਸ ਦੁੱਖ ਨੂੰ ਉਹ ਦੁੱਖ ਕਰਕੇ ਨਹੀਂ ਮੰਨਦਾ। ਜਿਹੜਾ ਗੁਰੂ ਕਾ ਸੇਵਕ ਹੈ ਉਹਦੀ ਅਵਸਥਾ ਗੁਰੂ ਨੇ ਐਸੀ ਬਣਾ ਦਿੱਤੀ ਹੈ ਕਿ ਦੁੱਖ ਆਵੇ ਫਿਰ ਉਸ ਦੁੱਖ ਨੂੰ ਵੀ ਉਹ ਦੁੱਖ ਕਰਕੇ ਨਹੀਂ ਮੰਨਦਾ। ਗੁਰ ਕਾ ਸੇਵਕ ਦਹ ਦਿਸ ਜਾਪੈ। ਗੁਰੂ ਦਾ ਸੇਵਕ ਦਸਾਂ ਦਿਸ਼ਾਵਾਂ ਵਿੱਚ ਜਾਪਿਆ ਜਾਂਦਾ, ਭਾਵ ਜਾਣਿਆ ਜਾਂਦਾ ਹੈ। ਗੁਰੂ ਪਾਤਸ਼ਾਹ ਦਾ ਜਿਹੜਾ ਸੇਵਕ ਹੈ ਉਹ ਦਸਾਂ ਦਿਸ਼ਾਵਾਂ 'ਚ ਪ੍ਰਸਿੱਧ ਹੋ ਜਾਂਦਾ। ਲੋਕ ਪ੍ਰਸਿੱਧੀ ਵਾਸਤੇ ਕੀ ਕੁਝ ਨਹੀਂ ਕਰਦੇ, ਕਿੰਨੇ ਦਾਅਵੇ ਕਰਦੇ ਆ, ਕਿੰਨੇ ਅਖਬਾਰਾਂ ਵਿੱਚ ਬਿਆਨ ਕਰਾਉਂਦੇ ਆ, ਕਿੰਨੀਆਂ ਆਪਣੇ ਇਸ਼ਤਿਹਾਰਬਾਜ਼ੀਆਂ ਕਰਾਉਂਦੇ ਆ ਵੀ ਅਸੀਂ ਪ੍ਰਸਿੱਧ ਹੋ ਜਾਈਏ। ਬਨਾਰਸ ਵਿੱਚ ਹਜ਼ਾਰਾਂ ਪੰਡਤ ਸਨ, ਵਿਦਵਾਨ ਸਨ,
ਇੱਕ ਛੋਟੀ ਜਿਹੀ ਗਲੀ ਹੈ, ਉਸ ਗਲੀ ਵਿੱਚ ਜੁਲਾਹੇ ਦਾ ਕੰਮ ਕਰਨ ਵਾਲਾ ਇੱਕ ਗਰੀਬ ਜਿਹੇ ਪਰਿਵਾਰ 'ਚ ਜਨਮਿਆ। ਕਬੀਰ 10 ਦਿਸ਼ਾਵਾਂ ਵਿੱਚ ਜਾਪਿਆ ਜਾਂਦਾ ਹੈ, ਜਾਣਿਆ ਜਾਂਦਾ ਹੈ। ਇਹ ਪ੍ਰਮਾਤਮਾ ਦੀ ਵਡਿਆਈ ਹੈ, ਅਕਾਲ ਪੁਰਖ ਦਾ ਪ੍ਰਤਾਪ ਹੈ ਕਿ ਉਹਦਾ ਸੇਵਕ 10 ਦਿਸ਼ਾਵਾਂ 'ਚ ਜਾਣਿਆ ਜਾਂਦਾ। ਉਹ ਨਾ ਚਾਹਵੇ ਵੀ ਮੈਂ ਨਹੀਂ ਪ੍ਰਗਟ ਹੋਣਾ, ਉਹ ਨਾ ਚਾਹਵੇ ਵੀ ਮੈਨੂੰ ਨਾ ਕੋਈ ਜਾਣੇ, ਪਰ ਉਹ ਜਿੰਨਾ ਚਾਹੁੰਦਾ ਹੈ ਉਹਦੀ ਵਡਿਆਈ, ਉਹਦਾ ਪ੍ਰਤਾਪ ਉਤਨਾ ਹੀ ਸੰਸਾਰ 'ਚ ਉਜਾਗਰ ਹੁੰਦਾ ਚਲਿਆ ਜਾਂਦਾ। ਤੋ ਗੁਰੂ ਕੇ ਸੇਵਕ ਨੂੰ ਪਾਤਸ਼ਾਹ ਸਤਕਾਰ ਦਿੰਦੇ ਨੇ। 10 ਦਿਸ਼ਾਵਾਂ ਦੇ ਵਿੱਚ ਗੁਰੂ ਕਾ ਸੇਵਕ ਜਾਣਿਆ ਜਾਂਦਾ ਹੈ। ਗੁਰ ਕੀ ਮਹਿਮਾ ਕਥਨ ਨਾ ਜਾਏ। ਇਹ ਭਾਈ ਗੁਰੂ ਦੀ ਮਹਿਮਾ ਕਥ ਹੈ, ਉਹ ਕਥਨ ਵਿੱਚ ਨਹੀਂ ਆਉਂਦੀ। ਗੁਰੂ ਦੀ ਮਹਿਮਾ ਅਕਥ ਹੈ, ਉਹ ਕਥਨ ਵਿੱਚ ਨਹੀਂ ਆਉਂਦੀ। ਪਾਰ ਬ੍ਰਹਮ ਗੁਰ ਰਹਿਆ ਸਮਾਏ। ਇਹ ਭਾਈ ਗੁਰੂ ਪਾਰ ਬ੍ਰਹਮ ਦੇ ਸਵਰੂਪ ਵਿੱਚ ਹੀ ਸਮਾਇਆ ਹੋਇਆ। ਗੁਰੂ ਤੇ ਪਾਰ ਬ੍ਰਹਮ ਦੋਨੋਂ ਹੀ ਇੱਕ ਸਵਰੂਪ ਹਨ। ਕਹੋ ਨਾਨਕ ਜਾ ਕੇ ਪੂਰੇ ਭਾਗ। ਧੰਨ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ, ਜਿਨ੍ਹਾਂ ਦੇ ਭਾਗ ਸਵੱਲੇ ਨੇ, ਜਿਨ੍ਹਾਂ ਦੇ ਕਰਮ ਚੰਗੇ ਨੇ, ਜਿਨ੍ਹਾਂ ਦੇ ਭਾਗ ਵੱਡੇ ਹਨ, ਗੁਰ ਚਰਣੀ ਤਾ ਕਾ ਮਨ ਲਾਗ। ਉਹਨਾਂ ਦਾ ਮਨ ਗੁਰੂ ਦੇ ਚਰਨਾਂ ਨਾਲ ਲੱਗਾ, ਜਿਨ੍ਹਾਂ ਦੇ ਭਾਗ ਵੱਡੇ ਹਨ। ਪੂਰਿਆਂ ਭਾਗਾਂ ਵਾਲਿਆਂ ਨੂੰ ਗੁਰੂ ਸਾਹਿਬ ਦਾ ਮੇਲ ਪ੍ਰਾਪਤ ਹੁੰਦਾ ਹੈ, ਸਤਿਗੁਰਾਂ ਦੇ ਚਰਨਾਂ ਦਾ ਮੇਲ ਪ੍ਰਾਪਤ ਹੁੰਦਾ ਹੈ। ਗੌਂਡ ਮਹੱਲਾ ਪੰਜਵਾ। ਗੁਰ ਮੇਰੀ ਪੂਜਾ ਗੁਰ ਗੋਬਿੰਦ। ਪੰਜਵੇਂ ਪਾਤਸ਼ਾਹ ਕਹਿੰਦੇ, ਮੇਰਾ ਗੁਰੂ ਹੀ ਮੇਰੀ ਪੂਜਾ ਹੈ। ਕਹਿੰਦੇ ਮੈਨੂੰ ਕੋਈ ਵੱਖਰੀ ਪੂਜਾ ਦੀ ਲੋੜ ਨਹੀਂ, ਮੇਰਾ ਗੁਰੂ ਹੀ ਮੇਰੀ ਪੂਜਾ ਹੈ। ਮੇਰਾ ਗੁਰੂ ਹੀ ਮੇਰਾ ਗੋਬਿੰਦ ਹੈ, ਪਰਮੇਸ਼ਵਰ ਹੈ। ਗੁਰ ਮੇਰਾ ਪਾਰ ਬ੍ਰਹਮ ਗੁਰ ਭਗਵੰਤ। ਮੇਰਾ ਗੁਰੂ ਹੀ ਮੇਰਾ ਪਾਰ ਬ੍ਰਹਮ ਪਰਮੇਸ਼ਵਰ ਹੈ। ਮੇਰਾ ਗੁਰੂ ਹੀ ਸਰਬ ਕਲਾ ਸਮਰੱਥ ਦੇਵ ਹੈ। ਮੇਰਾ ਗੁਰੂ ਸਭ ਕੁਝ ਹੈ। ਗੁਰੂ ਦੀ ਮਹਿਮਾ ਚੱਲ ਰਹੀ ਹੈ ਇਹਨਾਂ ਸਾਰਿਆਂ ਸ਼ਬਦਾਂ ਵਿੱਚ। 3 ਸ਼ਬਦ ਨੇ ਰਾਗ ਗੋਂਡ ਦੇ, ਤਿੰਨਾਂ ਵਿੱਚ ਗੁਰੂ ਉਪਮਾ ਹੀ ਚੱਲ ਰਹੀ। ਗੁਰੂ ਸਤੋਤਰ ਹੈ, ਇਹ ਗੁਰੂ ਵਡਿਆਈ, ਇਹਨੂੰ ਗੁਰੂ ਸਤੋਤਰ ਕਹਿ ਸਕਦੇ ਆ, ਗੁਰੂ ਉਪਮਾ ਕਹਿ ਸਕਦੇ ਆ। ਸੇਵਕ ਦਾ ਕਰਤੱਵ ਹੈ ਕਿ ਆਪਣੇ ਗੁਰੂ ਦੀ ਉਪਮਾ ਆਪਣੇ ਗੁਰੂ ਦੇ ਸਨਮੁਖ ਹੋ ਕੇ ਕਰੇ। ਤੋ ਕਹਿੰਦੇ ਮੇਰਾ ਗੁਰੂ ਹੀ ਮੇਰਾ ਪਾਰ ਬ੍ਰਹਮ ਹੈ ਤੇ ਮੇਰਾ ਗੁਰੂ ਹੀ ਮੇਰਾ ਸਮਰੱਥ ਭਗਵੰਤ ਹੈ। ਗੁਰ ਮੇਰਾ ਦਿਓ ਅਲਖ ਆਪਿਓ। ਮੇਰਾ ਗੁਰੂ ਪ੍ਰਕਾਸ਼ ਕਰਨ ਵਾਲਾ ਹੈ। ਮੇਰਾ ਗੁਰੂ ਮੇਰੇ ਅੰਦਰ ਗਿਆਨ ਦਾ ਪ੍ਰਕਾਸ਼ ਕਰਨ ਵਾਲਾ, ਨਾ ਲਿਖਿਆ ਜਾਣ ਵਾਲਾ, ਅਲਖ ਅਭੇਯ, ਜਿਹਦਾ ਕੋਈ ਭੇਦ ਨਹੀਂ ਸਮਝ ਸਕਦਾ, ਮੇਰਾ ਗੁਰੂ ਐਸਾ ਹੈ। ਸਰਬ ਪੂਜ ਚਰਨ ਗੁਰ ਸੇਓ। ਕਹਿੰਦੇ ਜਦੋਂ ਮੈਂ ਆਪਣੇ ਗੁਰੂ ਦੇ ਚਰਨ ਸੇਵਦਾ ਤਾਂ ਸਰਬ ਪ੍ਰਕਾਰ ਦੀ ਪੂਜਾ ਹੋ ਜਾਂਦੀ। ਕਈ ਪ੍ਰਕਾਰ 16 ਪ੍ਰਕਾਰ ਦੀ ਪੂਜਾ ਦੱਸਦੇ ਵੱਖੋ ਵੱਖਰੇ ਪ੍ਰਕਾਰਾਂ ਨਾਲ। ਕਹਿੰਦੇ ਜਦੋਂ ਮੈਂ ਆਪਣੇ ਗੁਰੂ ਦੇ ਚਰਨਾਂ ਨੂੰ ਸੇਵਦਾ ਹਾਂ ਤੇ ਮੇਰੇ ਕੋਲੋਂ ਸਾਰੀਆਂ ਪੂਜਾਵਾਂ ਇਹਦੇ 'ਚ ਹੀ ਹੋ ਜਾਂਦੀਆਂ। ਮੇਰੇ ਲਈ ਸਰਬ ਪ੍ਰਕਾਰ ਦੀ ਪੂਜਾ ਹੈ ਮੇਰੇ ਗੁਰੂ ਦੇ ਚਰਨਾਂ ਦੀ ਸੇਵਾ। ਗੁਰ ਬਿਨ ਆਵਰ ਨਾਹੀ ਮੈਂ ਥਾਉ। ਮੇਰੇ ਗੁਰੂ ਤੋਂ ਬਿਨਾਂ ਮੈਨੂੰ ਹੋਰ ਕੋਈ ਥਾਂ ਨਹੀਂ, ਕੋਈ ਥਾਂ ਨਹੀਂ ਮੇਰੇ ਗੁਰੂ ਬਿਨਾਂ। ਮੇਰਾ ਗੁਰੂ ਹੀ ਨਿਥਾਵਿਆਂ ਦਾ ਥਾਂ ਹੈ। ਆਨ ਦਿਨ ਜਪੋ ਗੁਰੂ ਗੁਰ ਨਾਉ। ਮੈਂ ਰਾਤ ਦੇ ਨੱਠੇ ਪੈਰ ਆਪਣੇ ਗੁਰੂ ਦੇ ਜਾਪ ਨੂੰ ਜਪਦਾ ਹਾਂ। ਗੁਰੂ ਗੁਰੂ ਦਾ ਅੰਮ੍ਰਿਤ ਨਾਮ ਰਾਤ ਦਿਨ ਅੱਠੇ ਪੈਰ ਆਰਾਧਦਾ ਹਾਂ, ਜਪਦਾ ਹਾਂ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ।
ਵਾਹਿਗੁਰੂ ਸਤਿਨਾਮ ਵਾਹਿਗੁਰੂ ਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ। ਅਠੇ ਪੈਰ ਨਿਰੰਤਰ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਜਾਪ ਨੂੰ, ਗੁਰੂ ਦੇ ਜਾਪ ਨੂੰ ਮੈਂ ਰਾਤ ਦਿਨ ਅਠੇ ਪੈਰ ਜਪਾਂ। ਰਹਾਉ ਗੁਰ ਮੇਰਾ ਗਿਆਨ, ਗੁਰ ਹਿਰਦੈ ਧਿਆਨ। ਮੇਰਾ ਗਿਆਨ ਵੀ ਮੇਰਾ ਗੁਰੂ ਹੈ, ਮੇਰਾ ਗੁਰੂ ਮੇਰੇ ਲਈ ਗਿਆਨ ਹੈ। ਯਾਨੀ ਕਿ ਮੇਰਾ ਸਾਰਾ ਗਿਆਨ ਮੇਰਾ ਗੁਰੂ ਹੀ ਹੈ। ਜਿਹੜਾ ਗਿਆਨ ਮੇਰੇ ਗੁਰੂ ਨੇ ਮੈਨੂੰ ਬਖਸ਼ਣਾ ਉਹੀ ਪ੍ਰਾਪਤ ਹੋਣਾ। ਤੇ ਮੇਰੇ ਗੁਰੂ ਦਾ ਹੀ ਧਿਆਨ ਮੈਂ ਆਪਣੇ ਹਿਰਦੇ ਵਿੱਚ ਧਾਰਦਾ ਹਾਂ। ਗੁਰ ਹਿਰਦੈ ਧਿਆਨ, ਗੁਰੂ ਦਾ ਹੀ ਧਿਆਨ ਮੈਂ ਆਪਣੇ ਹਿਰਦੇ ਵਿੱਚ ਵਸਾਉਂਦਾ ਹਾਂ। ਗੁਰ ਗੋਪਾਲ ਪੁਰਖ ਭਗਵਾਨ। ਮੇਰਾ ਗੁਰੂ ਸੰਸਾਰ ਦੇ ਸਮਸਤ ਜੀਵਾਂ ਨੂੰ ਪਾਲਣ ਵਾਲਾ ਪੁਰਖ ਭਗਵਾਨ ਦਾ ਹੀ ਸਰੂਪ ਹੈ। ਜਿਹੜਾ ਉਹ ਪੁਰਖ ਭਗਵਾਨ ਸਾਰੇ ਜਗਤ ਦੇ ਜੀਵਾਂ ਨੂੰ ਪਾਲਣੇ ਵਾਲਾ ਹੈ, ਉਹੀ ਮੇਰਾ ਗੁਰੂ ਹੈ। ਮੇਰੇ ਗੁਰੂ ਵਿੱਚ ਤੇ ਪੁਰਖ ਭਗਵੰਤ ਵਿੱਚ ਕੋਈ ਭੇਦ ਨਹੀਂ, ਕੋਈ ਫਰਕ ਨਹੀਂ। ਗੁਰ ਕੀ ਸ਼ਰਨ ਰਹੋ ਕਰ ਜੋਰ। ਮੈਂ ਹੱਥ ਜੋੜ ਕੇ ਆਪਣੇ ਗੁਰੂ ਦੀ ਪਨਾਹ 'ਚ ਰਹਿੰਦਾ ਹਾਂ, ਗੁਰੂ ਦੀ ਸ਼ਰਨ 'ਚ ਰਹਿੰਦਾ ਹਾਂ, ਔਰ ਹੱਥ ਜੋੜ ਕੇ ਆਪਣੇ ਗੁਰੂ ਦੀ ਸ਼ਰਨ ਵਿੱਚ ਹਾਂ। ਗੁਰੂ ਬਿਨਾ ਮੈਂ ਨਾਹੀ ਹੋਰ। ਮੇਰੇ ਗੁਰੂ ਬਿਨਾ ਮੇਰਾ ਹੋਰ ਕੋਈ ਨਹੀਂ। ਉੱਤੇ ਵੀ ਕਹਿ ਆਏ ਨੇ, ਮੇਰੇ ਗੁਰੂ ਬਿਨਾ ਮੇਰਾ ਕੋਈ ਨਹੀਂ। ਗੁਰ ਬੋਹਿਤ ਤਾਰੇ ਭਾਵ ਪਾਰ। ਮੇਰਾ ਗੁਰੂ ਜਹਾਜ਼ ਹੈ। ਆਹਾ, ਜਹਾਜ਼ ਹੈ ਮੇਰਾ ਗੁਰੂ, ਜਿਹੜਾ ਮੈਨੂੰ ਜਹਾਜ਼ ਵਾਂਗੂ ਇਸ ਭਵ ਸਾਗਰ ਤੋਂ ਪਾਰ ਉਤਾਰਨੇ ਵਾਲਾ ਹੈ। ਗੁਰੂ ਬੋਹਿਤ, ਬੋਹਿਤ ਕਹਿੰਦੇ ਨੇ ਜਹਾਜ਼ ਨੂੰ। ਮੇਰਾ ਗੁਰੂ ਜਹਾਜ਼ ਹੈ, ਔਰ ਜਹਾਜ਼ ਵਾਂਗੂ ਇਸ ਭਵ ਸਾਗਰ ਤੋਂ, ਸੰਸਾਰ ਸਮੁੰਦਰ ਤੋਂ ਮੇਰਾ ਗੁਰੂ ਮੈਨੂੰ ਤਾਰਨੇ ਵਾਲਾ ਹੈ। ਗੁਰ ਸੇਵਾ ਜਮ ਤੇ ਛੁਟਕਾਰ। ਹੇ ਭਾਈ, ਗੁਰੂ ਦੀ ਸੇਵਾ ਜੰਮਾਂ ਤੋਂ ਛੁਡਾ ਦਿੰਦੀ ਹੈ। ਗੁਰੂ ਦੀ ਸੇਵਾ ਕਰੀਏ ਤੇ ਜੰਮਾਂ ਦਾ ਖਾਜਾ ਨਹੀਂ ਬਣਨਾ ਪੈਂਦਾ, ਜੰਮਾਂ ਕੋਲ ਲੇਖਾ ਨਹੀਂ ਦੇਣਾ ਪੈਂਦਾ। ਗੁਰੂ ਦੀ ਸੇਵਾ ਜੰਮਾਂ ਤੋਂ ਛੁਡਾ ਲੈਂਦੀ ਹੈ। ਅੰਧਕਾਰ ਮਹਿ ਗੁਰ ਮੰਤਰ ਉਜਾਰਾ। ਜਦੋਂ ਕੁਝ ਵੀ ਸਮਝ ਨਾ ਆਵੇ ਵੀ ਕੀ ਕਰੀਏ, ਅੰਧਕਾਰ ਹੀ ਅੰਧਕਾਰ ਹੋਵੇ, ਉਸ ਹਨੇਰੇ ਵਿੱਚ ਮੇਰੇ ਗੁਰੂ ਦਾ ਦਿੱਤਾ ਹੋਇਆ ਗੁਰ ਮੰਤਰ ਉਹ ਉਜਾਲਾ ਕਰਨ ਵਾਲਾ, ਚਾਨਣਾ ਕਰਨ ਵਾਲਾ, ਪ੍ਰਕਾਸ਼ ਕਰਨ ਵਾਲਾ। ਜਦੋਂ ਇਹ ਨਾ ਪਤਾ ਲੱਗੇ ਵੀ ਕੀ ਕਰੀਏ, ਬਿਲਕੁਲ ਅੰਧਕਾਰ ਹੀ ਹੋਵੇ, ਉਸ ਅੰਧਕਾਰ ਵਿੱਚ ਮੇਰੇ ਗੁਰੂ ਦਾ ਦਿੱਤਾ ਹੋਇਆ ਮੰਤਰ, ਵਾਹਿਗੁਰੂ ਗੁਰ ਮੰਤਰ, ਉਸ ਹਨੇਰੇ ਵਿੱਚ ਉਜਾਲੇ ਦਾ ਕੰਮ ਕਰਦਾ ਹੈ, ਚਾਨਣੇ ਦਾ ਕੰਮ ਕਰਦਾ ਹੈ। ਗੁਰ ਕੈ ਸੰਗ ਸਗਲ ਨਿਸਤਾਰਾ। ਹੇ ਭਾਈ, ਜਿਹੜਾ ਗੁਰੂ ਕੀ ਸੰਗਤ ਕਰਦਾ ਹੈ ਉਹਨਾਂ ਸਭ ਦਾ ਉਧਾਰ ਹੋ ਜਾਂਦਾ ਹੈ। ਸਗਲ ਸਾਰਿਆਂ ਦਾ ਉਧਾਰ ਹੋ ਜਾਂਦਾ ਉਹਨਾਂ ਦਾ, ਜਿਹੜੇ ਗੁਰੂ ਕੀ ਸੰਗਤ ਕਰਦੇ ਨੇ। ਸਮਾਂ ਪਾ ਕੇ ਸਭ ਦਾ ਪਾਰ ਉਤਾਰਾ ਹੋ ਜਾਣਾ। ਜਿਹੜੇ ਜਿਹੜੇ ਗੁਰੂ ਕੀ ਸੰਗਤ ਕਰਦੇ ਹਨ, ਗੁਰ ਪੂਰਾ ਪਾਈਐ ਵਡ ਭਾਗੀ। ਵੱਡਿਆਂ ਭਾਗਾਂ ਕਰਕੇ ਪੂਰੇ ਗੁਰੂ ਦਾ ਮੇਲ ਪ੍ਰਾਪਤ ਹੁੰਦਾ ਹੈ। ਪੂਰਾ ਗੁਰੂ ਵੀ ਉਹਨਾਂ ਨੂੰ ਮਿਲਦਾ ਹੈ ਜਿਨ੍ਹਾਂ ਦੇ ਭਾਗ ਵੱਡੇ ਹੋਣ। ਗੁਰ ਪੂਰਾ ਭੇਟਿਓ ਵਡ ਭਾਗੀ, ਮਨਹਿ ਪਿਆ ਪ੍ਰਗਾਸਾ। ਪੂਰਾ ਗੁਰੂ ਵੱਡਿਆਂ ਭਾਗਾਂ ਕਰਕੇ ਪ੍ਰਾਪਤ ਹੁੰਦਾ ਹੈ। ਗੁਰ ਕੀ ਸੇਵਾ ਦੁਖ ਨਾ ਲਾਗੀ। ਇਹ ਭਾਈ, ਸਤਿਗੁਰਾਂ ਦੀ ਕੀਤੀ ਹੋਈ ਸੇਵਾ ਜਿਹੜੀ ਹੈ ਨਾ, ਗੁਰੂ ਕੀ ਸੇਵਾ ਕੀਤਿਆਂ ਦੁੱਖ ਨਹੀਂ ਵਿਆਪਦਾ, ਦੁੱਖ ਨਾ ਲਾਗੀ। ਗੁਰੂ ਦੀ ਸੇਵਾ ਕੀਤਿਆਂ ਦੁੱਖ ਨਹੀਂ ਵਿਆਪਦਾ, ਸਾਰੇ ਦੁੱਖ ਕੱਟੇ ਜਾਂਦੇ ਹਨ। ਗੁਰ ਕਾ ਸ਼ਬਦ ਨਾ ਮੇਟੈ ਕੋਏ। ਗੁਰੂ ਕਾ ਜਿਹੜਾ ਸ਼ਬਦ ਹੈ ਉਹਨੂੰ ਕੋਈ ਮੇਟ ਨਹੀਂ ਸਕਦਾ। ਜਿਹਦੇ ਮੱਥੇ ਤੇ ਗੁਰ ਸ਼ਬਦ ਦਾ ਲੇਖ ਲਿਖਿਆ ਗਿਆ ਉਹਨੂੰ ਕੋਈ ਨਹੀਂ ਮੇਟ ਸਕਦਾ।
ਉਹ ਅਕਾਲ ਪੁਰਖ ਨਿਰੰਕਾਰ ਦੀ ਦਰਗਾਹ ਵਿੱਚ ਪ੍ਰਵਾਨ ਹੋ ਜਾਂਦਾ, ਉਹਦਾ ਜੀਵਨ ਸਫਲ ਹੋ ਜਾਂਦਾ ਹੈ, ਜਿਹਦੇ ਮਸਤਕ ਤੇ ਗੁਰੂ ਕਾ ਸ਼ਬਦ ਹੈ। ਗੁਰ ਨਾਨਕ ਨਾਨਕ ਹਰ ਸੋਏ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਉਂਦੇ ਹਨ ਕਿ ਮੇਰੇ ਗੁਰੂ ਨਾਨਕ ਸਾਹਿਬ ਹਰੀ ਦਾ ਹੀ ਸਰੂਪ ਨੇ। ਇੱਥੇ ਵੇਖੋ ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਕਹਿ ਰਹੇ ਨੇ ਵੀ ਗੁਰੂ ਨਾਨਕ ਸਾਹਿਬ ਪਰਮੇਸ਼ਰ ਹੀ ਨੇ। ਤੇ ਅੱਜ ਕੱਲ ਕਈ ਕਹਿੰਦੇ ਜੀ ਸਾਡੇ ਵਰਗੇ ਹੀ ਆਮ ਬੰਦੇ ਸੀ। ਗੁਰੂ ਅਰਜਨ ਦੇਵ ਸਾਹਿਬ ਕਹਿ ਰਹੇ ਨੇ ਨਾਨਕ ਹਰ ਸੋਏ, ਕਿ ਗੁਰੂ ਨਾਨਕ ਸਾਹਿਬ ਹਰੀ ਦਾ ਸਰੂਪ ਨੇ। ਹਰੀ ਵਿੱਚ ਤੇ ਗੁਰੂ ਨਾਨਕ ਸਾਹਿਬ ਵਿੱਚ ਕੋਈ ਭੇਦ ਨਹੀਂ, ਕੋਈ ਫਰਕ ਨਹੀਂ, ਦੋਵੇਂ ਹੀ ਇੱਕ ਮੇਕ ਨੇ, ਦੋਵੇਂ ਹੀ ਇੱਕ ਸਰੂਪ ਨੇ, ਅਕਾਲ ਪੁਰਖ ਦਾ ਹੀ ਨੂਰ ਨੇ। ਅਕਾਲ ਪੁਰਖ ਨੇ ਗੁਰੂ ਨਾਨਕ ਰੂਪ ਹੋ ਕੇ ਸੰਸਾਰ 'ਚ ਅਵਤਾਰ ਧਾਰਿਆ ਔਰ ਸਾਡੇ ਵਰਗੇ ਜੀਵਾਂ ਦਾ ਭਲਾ ਕਰਨਾ, ਕਲਿਆਣ ਕਰਨਾ, ਇਸੇ ਪ੍ਰਯੋਜਨ ਕਰਕੇ ਅਵਤਾਰ ਧਾਰਿਆ। ਐਸੇ ਗੁਰੂ ਨਾਨਕ ਸਾਹਿਬ ਜੀ ਨੂੰ ਸਾਡੀ ਬਾਰੰਬਾਰ ਨਮਸਕਾਰ ਹੈ, ਨਮਸਕਾਰ ਹੈ। ਗੁਰੂ ਕੀ ਬਾਣੀ ਅਗਾਧ ਬੋਧ ਹੈ। ਵਿਚਾਰਾਂ ਕਰਦਿਆਂ ਹੋਈਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਅਰਦਾਸ ਕਰਨੀ ਸਤਿਗੁਰੂ ਜੀ ਅਗਾਂਹ ਵਾਸਤੇ ਸਦ ਬੁੱਧੀ ਤੇ ਸਮਤ ਪ੍ਰਦਾਨ ਕਰਨ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਜੀ ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।